ਤੁਹਾਡੇ ਸਾਰਿਆਂ ਦਾ ਹੈਡਲਾਈਨ ਕੈਨੇਡਾ ਦੀ ਇੱਕ ਹੋਰ ਖਾਸ ਪੇਸ਼ਕਸ਼ ਦੇ ਵਿੱਚ। ਸਾਡੇ ਅੱਜ ਦੇ ਸਪੈਸ਼ਲ ਐਪੀਸੋਡ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਵਾਂਗੇ NDP MLA ਹੈਰੀ ਬੈਂਸ ਨਾਲ, ਜਿਨ੍ਹਾਂ ਨੇ ਬ੍ਰਿਟਿਸ਼ ਕੋਲੰਬੀਆ ਜਨਰਲ ਇਲੈਕਸ਼ਨਸ ਦੇ ਵਿੱਚ ਸਰੀ ਨਿਊਟਨ ਰਾਈਡਿੰਗ ਤੋਂ ਲਗਾਤਾਰ ਚੌਥੀ ਵਾਰ ਜਿੱਤ ਹਾਸਲ ਕੀਤੀ ਹੈ। ਸਤਿ ਸ਼੍ਰੀ ਅਕਾਲ ਹੈਰੀ ਜੀ, PTC ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ ਫॉर ਹੈਵਿੰਗ ਮੀ, ਥੈਂਕ ਯੂ ਜੀ। ਵੀ ਕੰਗ੍ਰੈਚੁਲੇਟ ਯੂ ਫॉर ਵਿਨਿੰਗ ਦ ਸੀਟ। ਲਗਾਤਾਰ ਚੌਥੀ ਵਾਰੀ ਤੁਸੀਂ ਇਹ ਜਿੱਤ ਹਾਸਲ ਕੀਤੀ ਹੈ। ਤੁਹਾਡੇ ਤੋਂ ਜਾਣਨਾ ਚਾਹਾਂਗੇ ਕੀ ਲੱਗਦਾ ਹੈ ਤੁਹਾਨੂੰ ਪਿਛਲੇ ਕੁਝ ਸਾਲਾਂ ਦੇ ਵਿੱਚ ਕਿਹੜੀਆਂ ਤੁਹਾਡੀਆਂ ਅਜਿਹੀਆਂ ਅਚੀਵਮੈਂਟਸ ਰਹੀਆਂ ਜਿਨ੍ਹਾਂ ਨੂੰ ਦੇਖ ਕੇ ਲੋਕਾਂ ਨੇ ਤੁਹਾਨੂੰ ਦੁਬਾਰਾ ਇਲੈਕਟ ਕੀਤਾ ਹੈ? ਮੇਰਾ ਖਿਆਲ ਆ ਜੀ ਲੋਕੀ ਦੇਖਦੇ ਆ ਕਿ ਜਿਸ ਬੰਦੇ ਨੂੰ ਅਸੀਂ ਇਲੈਕਟ ਕਰਦੇ ਹਾਂ, ਜਿਹੜਾ ਉਹਨਾਂ ਦਾ ਰੈਪਰੈਜ਼ੈਂਟੇਟਿਵ ਹੁੰਦਾ ਆ, ਤੇ ਕੀ ਉਹ ਸਾਡੀ ਆਵਾਜ਼ ਵਿਕਟੋਰੀਆ ਤੱਕ ਪਹੁੰਚਾ ਸਕਦਾ ਜੀ, ਕੀ ਉਹ ਨਿਤੜਕ ਹੋ ਕੇ ਉਹਨਾਂ ਦੇ ਮਸਲਿਆਂ ਨੂੰ ਉੱਥੇ ਲਿਜਾ ਸਕਦਾ, ਔਰ ਕੀ ਉਹ ਸਾਡੇ ਵਿੱਚ ਕਿਸ ਤਰ੍ਹਾਂ ਵਿਚਰਦਾ, ਕਿਸ ਤਰ੍ਹਾਂ ਸਾਡੇ ਨਾਲ ਇਨ ਟੱਚ ਰਹਿੰਦੇ ਆ, ਤੇ ਉਹ ਜਿਹੜੇ ਮਸਲੇ ਹੈਗੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਦਾ, ਤੇ ਉਹ ਮਸਲਿਆਂ ਨੂੰ ਸਮਝ ਕੇ ਤਾਂ ਫਿਰ ਉਹਨਾਂ ਦੀ ਪ੍ਰਮੋਸ਼ਨ ਉੱਥੇ ਵਿਕਟੋਰੀਆ ਵਿਧਾਨ ਸਭਾ ਦੇ ਵਿੱਚ ਤੇ ਬਾਹਰ ਵੀ ਕਰਦੇ ਆ, ਤੇ ਫਿਰ ਉਹ ਰਿਜ਼ਲਟ ਦੇਖਦੇ ਆ ਵੀ ਰਿਜ਼ਲਟ ਕੀ ਆ ਰਹੇ ਆ। ਸੋ ਇਸ ਕਰਕੇ ਉਹਨਾਂ ਨੇ ਦੇਖਿਆ ਕਿ ਜਦੋਂ ਵੀ ਸਾਡੀ ਕਮਿਊਨਿਟੀ, ਖਾਸ ਤੌਰ ਪੰਜਾਬੀ ਕਮਿਊਨਿਟੀ ਉੱਤੇ ਕਦੀ ਬੜੇ ਇੱਥੇ ਰੇਸਿਸਟ ਲੋਕ ਵੀ ਕੁਛ ਹੈਗੇ ਆ, ਬਹੁਤੇ ਨਹੀਂ ਥੋੜ੍ਹੇ ਆ ਜੀ, ਉਹ ਲੋਕ ਕਈ ਵਾਰੀ ਅਟੈਕ ਕਰਦੇ ਆ, ਅਤੇ ਉਹ ਮੈਂ ਪਿੱਛੇ ਨਹੀਂ ਹਟਿਆ। ਉਸ ਵੇਲੇ ਮੈਂ ਉਹ ਆਵਾਜ਼ ਬੰਦ ਕਰਨ ਦੇ ਵਿੱਚ ਆਪਣਾ ਪੂਰਾ ਵਾਹ ਲਾਇਆ, ਅਤੇ ਭਾਵੇਂ ਕਿੰਨਾ ਵੀ ਕੋਈ ਪਾਵਰਫੁਲ ਉਸ ਪਾਸੇ ਉਹਦੇ ਬਿਹਾਈਂਡ ਲੋਕ ਹੋਣ, ਅਤੇ ਇਹ ਲੋਕ ਜਾਣਦੇ ਆ। ਸੋ ਦੂਸਰੀ ਗੱਲ, ਜਿਹੜੇ ਸਾਡੇ ਲੋਕਲ ਇਸ਼ੂਜ਼ ਹੈਗੇ ਆ, ਜਿਸ ਤਰ੍ਹਾਂ ਕਿ ਸਾਡੀਆਂ ਸਿਹਤ ਸੇਵਾਵਾਂ ਹੈਗੀਆਂ, ਉਹ ਇਸ ਸਰਕਾਰ ਨੇ ਅਣਗੌਲੇ ਕੀਤੀਆਂ ਹੋਈਆਂ ਕਾਫੀ ਦੇਰ ਤੋਂ ਜੀ। ਸਾਡੇ ਐਜੂਕੇਸ਼ਨ ਦਾ ਜਿਹੜਾ ਸਕੂਲਸ ਹੈਗੇ ਆ, ਉਹ ਟੈਂਪਰੇਰੀ ਬਿਲਡਿੰਗ ਵਿੱਚ ਬੱਚੇ 7000 ਬੱਚਾ ਸਾਡਾ ਉਹ ਪੋਰਟੇਬਲਸ ਵਿੱਚ ਪੜ੍ਹ ਰਿਹਾ। ਉਹ ਆਵਾਜ਼ ਅਸੀਂ ਪ੍ਰੈਸ਼ਰ ਪਾਇਆ, ਅਤੇ ਇਹਨਾਂ ਨੇ ਥੋੜ੍ਹੇ ਪੈਸੇ ਲਿਆਉਣੇ ਸ਼ੁਰੂ ਕੀਤੇ। ਹਸਪਤਾਲ ਦੀ ਜਿਹੜੀ ਹੈਲਥ ਸਿਹਤ ਸੇਵਾਵਾਂ ਦੀ ਉਹ ਘਾਟ ਦਾ ਅਸੀਂ ਆਵਾਜ਼ ਉਠਾਈ, ਤਾਂ ਇਹਨਾਂ ਨੇ ਇੱਥੇ ਇੱਕ ਬਿਲਡਿੰਗਾਂ ਦੇ ਵਿੱਚ ਐਕਸਪੈਂਸ਼ਨ ਕੀਤੀ, ਪਰ ਹਾਲੇ ਵੀ ਉਹ ਹਾਲਾਤ ਉੱਥੇ ਤਾਈਂ ਸੁਧਰੇ ਨਹੀਂ ਜਿੱਥੇ ਦੀ ਚਾਹੀਦੇ ਹੈਗੇ ਆ ਜੀ। ਟ੍ਰੈਫਿਕ ਤੁਸੀਂ ਦੇਖ ਲਓ, ਸਾਡੇ 4 ਸਾਲ ਪਹਿਲਾਂ ਪਬਲਿਕ ਟਰਾਂਸਪੋਰਟੇਸ਼ਨ ਦੀ ਕੰਸਟਰਕਸ਼ਨ ਸ਼ੁਰੂ ਹੋ ਜਾਣੀ ਚਾਹੀਦੀ ਸੀ, ਸਕਾਈ ਟ੍ਰੇਨ ਜਾਂ LRT ਵਾਲੀ, ਪਰ ਕਿਉਂਕਿ ਸਾਡੇ ਜਿਹੜੇ ਮੌਜੂਦਾ ਪ੍ਰੀਮੀਅਰ ਹੈਗੇ ਆ ਕ੍ਰਿਸਟੀ ਕਲਾਰਕ, ਇਹਨਾਂ ਦਾ ਸਾਰਾ ਸਮਾਂ 100% ਤਕਰੀਬ ਪੋਲੀਟਿਕਸ ਤੇ ਪੋਲੀਟੀਕਲ ਡਿਸੀਜਨ ਦੇ ਉੱਤੇ ਲੱਗਦਾ, ਨਾ ਕਿ ਲੋਕਾਂ ਦੀਆਂ ਗੱਲਾਂ ਨੂੰ ਸਮਝ ਕੇ ਅਤੇ ਲੋਕਾਂ ਦੇ ਦੁਆਲੇ ਪਾਲਿਸੀ ਬਣਾ ਕੇ ਜਿਹਨਾਂ ਨਾਲ ਲੋਕਾਂ ਨੂੰ ਫਾਇਦਾ ਹੋਵੇ। ਹੁਣ ਟਰਾਂਸਪੋਰਟੇਸ਼ਨ ਦੀ ਗੱਲ ਕਰੋ ਕਿ 4 ਸਾਲ ਪਹਿਲਾਂ ਜਿਹੜੇ ਲੋਕਲ ਮੇਅਰਸ ਹੈਗੇ ਆ, ਉਹ ਕਹਿੰਦੇ ਸਾਡੇ ਨਾਲ ਬੈਠੋ ਔਰ ਬੈਠ ਕੇ ਸਾਡੇ ਨਾਲ ਦੇਖੋ ਵੀ ਕਿਸ ਤਰ੍ਹਾਂ ਅਸੀਂ ਐਕਸਪੈਂਸ਼ਨ ਕਰਨੀ ਹੈ ਪਬਲਿਕ ਟਰਾਂਸਪੋਰਟੇਸ਼ਨ ਦਾ, ਲੋਕੀ ਘੱਟ ਕਾਰਾਂ ਚਲਾਉਣ ਅਤੇ ਸਾਡੇ ਇਨਵਾਇਰਨਮੈਂਟ ਦਾ ਫਾਇਦਾ ਹੋਏ, ਅਤੇ ਜਿਹੜਾ ਟ੍ਰੈਫਿਕ ਸੜਕਾਂ 'ਤੇ ਘਟੇ। ਪਰ ਇਹਨਾਂ ਨੇ ਫਿਰ ਉਹੀ ਪੋਲੀਟੀਕਲ ਪੈਂਤਰਾ ਮਾਰਿਆ ਕਿ ਤੁਸੀਂ ਰੈਫਰੈਂਡਮ ਕਰਾਓ ਅਤੇ ਲੋਕਾਂ ਨੂੰ ਤੁਸੀਂ ਦੱਸੋ ਕਿੱਦਾਂ ਪੈਸਿਆਂ ਨਾਲ ਕਿੱਦਾਂ ਪੇ ਕਰਨਾ ਹੈ ਜੀ। ਸੋ ਜਦੋਂ ਇਹ ਗੱਲਾਂ ਲੋਕਾਂ ਦੇ ਸਾਹਮਣੇ ਆਉਂਦੀਆਂ, ਲੋਕੀ ਕਹਿੰਦੇ ਵੀ ਇਹ ਗੱਲ ਗਲਤ ਹੈਗੀ ਆ। ਸੋ ਇਹ ਜਿਹੜੀਆਂ ਇਸ਼ੂ ਸੀਗੇ, ਕ੍ਰਾਈਮ ਸਾਡੇ ਸਰੀ ਦੇ ਵਿੱਚ ਬਹੁਤ ਜ਼ਿਆਦਾ, ਔਰ ਇਹ ਸਰਕਾਰ ਤਕਰੀਬਨ ਮਾੜਾ ਮੋਟਾ ਪੈਸੇ ਕਦੀ ਇੱਥੇ ਫੋਟੋ ਆਪ ਕਰਨ ਵਾਸਤੇ ਕਦੀ ਕੁਛ ਕਰ ਦਿੰਦੇ, ਪਰ ਸੀਰੀਅਸਲੀ ਜਿਹੜਾ ਕੰਪਰੀਹੈਂਸਿਵ ਕ੍ਰਾਈਮ ਫਾਈਟਿੰਗ ਸਟ੍ਰੈਟਜੀ ਚਾਹੀਦੀ ਉਹ ਨਹੀਂ ਕਦੀ ਲੈ ਕੇ ਆਏ ਜੀ। ਸੋ ਇਹ ਗੱਲਾਂ ਸਾਰੀਆਂ ਦੇਖੀਆਂ ਲੋਕਾਂ ਨੇ ਵੀ ਸਾਨੂੰ ਇੰਨੀ ਦੇਰ ਤੁਸੀਂ ਇਗਨੋਰ ਕਰਦੇ ਆ ਰਹੇ ਹੋ। 16 ਸਾਲ ਤੁਹਾਡਾ ਰਾਜ ਹੋ ਗਿਆ, ਤੁਸੀਂ ਸਾਨੂੰ ਤਾਂ ਇਗਨੋਰ ਕਰੀ ਜਾ ਰਹੇ ਹੋ। ਇੱਕ ਪਾਸੇ ਸਰਵਿਸਿਜ਼ ਨਹੀਂ ਦੇ ਰਹੇ, ਦੂਜਾ ਸਾਡੀਆਂ ਜੇਬਾਂ ਦੇ ਵਿੱਚ ਡੂੰਘਾ ਤੇ ਡੂੰਘਾ ਪਾਈ ਜਾ ਰਹੇ ਹੋ, ਸਾਡੇ ਖਰਚੇ ਵਧਾ ਰਹੇ ਹੋ, ਤੁਸੀਂ ਟੈਕਸ ਵਾਧੂ ਲਾ ਰਹੇ ਹੋ, ਔਰ ਜਿਹੜੇ ਤੁਹਾਡੇ ਡੋਨਰਸ ਹੈਗੇ ਆ, ਜਿਹੜੇ ਤੁਹਾਨੂੰ ਇਲੈਕਟ ਕਰਨ ਵਿੱਚ ਤੁਹਾਡੀ ਡੋਨੇਸ਼ਨ ਦਿੰਦੇ ਆ, ਰਿਚੈਸਟ 2% ਲੋਕ ਆ, ਉਹਨਾਂ ਨੂੰ ਤੁਸੀਂ ਟੈਕਸ ਬ੍ਰੇਕ ਦੇ ਰਹੇ ਆ। ਉਹਨਾਂ ਨੇ ਇਹ ਸਿੱਧਾ ਬੜਾ ਕਲੀਅਰ ਇਹ ਮੈਸੇਜ ਭੇਜਿਆ ਕੱਲ੍ਹ ਦੀ ਇਲੈਕਸ਼ਨ ਦੇ ਵਿੱਚ ਕਿ ਤੁਸੀਂ ਸਰੀ ਦੇ ਇਸ਼ੂਜ਼ ਨੂੰ ਬਹੁਤਾ ਦੇਰ ਇਗਨੋਰ ਨਹੀਂ ਕਰ ਸਕਦੇ। ਜ਼ਰੂਰੀ ਆ ਕਿ ਇਹਨਾਂ ਗੱਲਾਂ 'ਤੇ ਧਿਆਨ ਦਿੱਤਾ ਜਾਵੇ। ਜਿਹੜੀ ਵੀ ਸਰਕਾਰ ਅੱਗੇ ਬਣਦੀ ਆ, ਉਹਨਾਂ ਨੂੰ ਇਹਨਾਂ ਗੱਲਾਂ 'ਤੇ ਧਿਆਨ ਦੇਣਾ ਪੈਣਾ ਜੀ। ਇਸ ਸਾਲ ਹੈਰੀ ਜੀ ਦੇਖਿਆ ਜਾਏ ਤਾਂ ਸਭ ਤੋਂ ਜ਼ਿਆਦਾ ਸਾਊਥ ਏਸ਼ੀਅਨ ਕੈਂਡੀਡੇਟਸ ਵੀ ਜਿੱਤ ਕੇ ਅੱਗੇ ਆਏ ਨੇ, ਔਰ ਜੇ ਅਸੀਂ ਗੱਲ ਕਰੀਏ ਸਰੀ ਰਾਈਡਿੰਗ ਦੀ, ਅਤੇ ਸਰੀ ਦੇ ਵਿੱਚੋਂ 9 ਜੋ ਹੈ ਸੀਟਾਂ ਸੀਗੀਆਂ, 6 ਸੀਟਾਂ NDP ਨੇ ਲਈਆਂ ਨੇ ਜੀ। ਸਰੀ ਦੇ ਵਿੱਚ ਇਹ ਤੁਹਾਨੂੰ ਦੱਸਦਾ ਕਿ ਲੋਕਾਂ ਦਾ ਇਹ ਬਹੁਤ ਕਲੀਅਰ ਮੈਸੇਜ ਰਿਹਾ ਕਿ ਸਾਡੀਆਂ ਜਿਹੜੀਆਂ ਲੋੜਾਂ ਹੈਗੀਆਂ, ਔਰ ਲੋਕੀ ਮੈਨੂੰ ਕਹਿੰਦੇ ਕਿ ਅਸੀਂ ਕੋਈ ਬਹੁਤਾ ਨਹੀਂ ਮੰਗਦੇ, ਮੈਂ ਉਹਨਾਂ ਨਾਲ ਸਹਿਮਤ ਇਸ ਗੱਲ ਨਾਲ, ਅਸੀਂ ਕੋਈ ਵਾਧੂ ਨਹੀਂ ਮੰਗਦੇ, ਅਸੀਂ ਤਾਂ ਸਿਰਫ ਜਿਹੜੀਆਂ ਸਾਡੀਆਂ ਬੇਸਿਕ ਫੰਡਾਮੈਂਟਲ ਜ਼ਰੂਰਤਾਂ ਹੈਗੀਆਂ, ਬੱਚਿਆਂ ਦੀ ਪੜ੍ਹਾਈ ਉਹ ਚੰਗੇ ਸਕੂਲ ਵਿੱਚ ਹੋਵੇ, ਹੈਲਥ ਕੇਅਰ ਜਦੋਂ ਸਾਨੂੰ ਚਾਹੀਦਾ ਉਦੋਂ ਸਾਨੂੰ ਮਿਲ ਜਾਏ,
ਸੜਕਾਂ 'ਤੇ ਟ੍ਰੈਫਿਕ ਘਟਣਾ ਚਾਹੀਦਾ ਤਾਂ ਕਿ ਸਾਡਾ এনवायरमेंट ਜਿਹੜਾ ਹੈਗਾ ਵਾਤਾਵਰਨ ਉਹ ਕਲੀਨ ਰਹੇ ਤੇ ਸਾਡਾ ਨੇਬਰਹੁੱਡ ਸੇਫ ਹੋਵੇ। ਇਹ ਕੋਈ ਬਹੁਤ ਜ਼ਿਆਦਾ ਵੱਡੀਆਂ ਗੱਲਾਂ ਨਹੀਂ ਮੰਗ ਰਹੇ, ਇਹ ਤਾਂ ਆਮ ਲੋਕਾਂ ਦੀਆਂ ਫਰਸਟ ਵਰਲਡ ਦੇ ਵਿੱਚ ਜਿਹੜਾ ਕਿ ਦੁਨੀਆ ਦਾ ਤਕਰੀਬਨ ਸਭ ਤੋਂ ਅਮੀਰ ਸੂਬਿਆਂ ਦੇ ਵਿੱਚੋਂ ਆ ਅਸੀਂ ਸੂਬੇ 'ਚ ਰਹਿ ਰਹੇ, ਉੱਥੇ ਇਹ ਚੀਜ਼ਾਂ ਲੋਕਾਂ ਦਾ ਹੱਕ ਬਣਦਾ, ਡਿਜ਼ਰਵ ਕਰਦੇ ਆ ਔਰ ਸਟੇਟ ਦਾ ਫਰਜ਼ ਬਣਦਾ ਕਿ ਉਹਨਾਂ ਨੂੰ ਇਹਨਾਂ ਗੱਲਾਂ ਦੀ ਡਿਲੀਵਰੀ ਹੋਵੇ। ਪਰ ਇਹ ਸਰਕਾਰ ਫੇਲ ਰਹੀ ਹੈ ਕਿਉਂਕਿ ਹਮੇਸ਼ਾ ਜਦੋਂ ਤੁਸੀਂ ਪੋਲੀਟੀਕਲ ਡਿਸੀਜਨ ਹੀ ਬਣਾਓਗੇ ਤਾਂ ਫਿਰ ਜ਼ਰੂਰੀ ਆ ਕਿ ਤੁਸੀਂ ਗਲਤੀਆਂ ਕਰੋਗੇ ਔਰ ਜਿਹੜਾ ਕਿ ਇਸ ਸਰਕਾਰ ਨੇ ਕੀਤੀਆਂ ਔਰ ਲੋਕਾਂ ਨੇ ਕਲੀਅਰ ਮੈਸੇਜ ਭੇਜਿਆ। ਸਰੀ ਦੇ ਵਿੱਚੋਂ ਖਾਸ ਤੌਰ 'ਤੇ 9 ਸੀਟਾਂ ਦੇ ਵਿੱਚੋਂ 6 ਸੀਟਾਂ ਜਿਹੜੀਆਂ ਉਹ ਐਨਡੀਪੀ ਦੇ ਹਿੱਸੇ ਪਾਈਆਂ ਔਰ ਖਾਸ ਗੱਲ ਇਹ ਹੈ ਕਿ 2 ਇਹਨਾਂ ਦੇ ਮਿਨਿਸਟਰ ਜਿਹੜੇ ਕਾਫੀ ਹਾਈ ਪ੍ਰੋਫਾਈਲ ਸੀਗੇ ਉਹ ਉਹਨਾਂ ਨੇ ਕੱਢ ਮਾਰੇ ਆ। ਸੋ ਬੜਾ ਕਲੀਅਰ ਮੈਸੇਜ ਹੈ ਜੀ। ਤੁਹਾਡੀ ਗੱਲ ਕਰੀਏ ਜਿਸ ਤਰ੍ਹਾਂ ਕਿ ਤੁਸੀਂ ਲਗਾਤਾਰ 4th ਟਾਈਮ ਜਿੱਤ ਕੇ ਆਏ ਹੋ ਐਂਡ ਜੇ ਅਸੀਂ ਸਾਊਥ ਏਸ਼ੀਅਨ ਕੈਂਡੀਡੇਟਸ ਦੀ ਗੱਲ ਕਰੀਏ ਪਹਿਲੀ ਵਾਰੀ ਹੈਗਾ ਜਦ ਤੁਸੀਂ ਔਰ ਰਾਜ ਚੌਹਾਨ ਜੀ ਨੇ ਪਹਿਲੀ ਵਾਰੀ ਲਗਾਤਾਰ 4th ਟਾਈਮ ਇਲੈਕਸ਼ਨਸ ਜਿੱਤੇ ਨੇ। ਤੁਹਾਡੇ ਵੱਲੋਂ ਹੁਣ ਕਿਹੜੀ ਪ੍ਰਾਇੋਰਟੀਜ਼ ਰਹਿਣਗੀਆਂ, ਕਿਹੜੇ ਇਸ਼ੂਜ਼ ਨੂੰ ਜੋ ਹੈ ਤੁਸੀਂ ਪ੍ਰਾਇੋਰਟੀ ਦੋਗੇ ਆਪਣੀ ਰਾਈਡਿੰਗ ਦੇ ਵਿੱਚ ਤਾਂ ਜੋ ਤੁਸੀਂ ਲੋਕਾਂ ਦੀ ਆਵਾਜ਼ ਜੋ ਹੈ BC ਲੈਜਿਸਲੇਚਰ ਦੇ ਵਿੱਚ ਪਹੁੰਚਾ ਸਕੋ? ਆਈ ਥਿੰਕ ਉਹੀ ਮਸਲੇ ਹੈਗੇ ਆ ਜਿਹੜੇ ਕਿ ਅਸੀਂ ਪਿਛਲੇ ਮੈਂ 12 ਸਾਲ ਤੋਂ ਉਠਾਉਂਦਾ ਆ ਰਿਹਾ, ਉਹਦੇ ਵਿੱਚ ਕਾਫੀ ਸਕਸੈਸਿਸ ਵੀ ਮਿਲੀਆਂ ਹੈਗੀਆਂ। ਗੌਰਮੈਂਟ 'ਤੇ ਪ੍ਰੈਸ਼ਰ ਇੰਨਾ ਪਾਇਆ ਕਿ ਉਹਨਾਂ ਨੂੰ ਉਹ ਚੀਜ਼ਾਂ ਜਿਹੜੀਆਂ ਲੋਕਾਂ ਦੀਆਂ ਲੋੜਾਂ ਸੀਗੀਆਂ ਉਹ 'ਤੇ ਡਿਲੀਵਰੀ ਦੇਣੀ ਪਈ। ਉਹੀ ਜਿਹੜੇ ਮਸਲੇ ਹਾਲੇ ਵੀ ਜਿਉਂਦੇ ਤੋਂ ਖੜੇ ਆ। ਸਾਡੀ ਪਬਲਿਕ ਟਰਾਂਸਪੋਰਟੇਸ਼ਨ ਅਸੀਂ ਬੜੀ ਲੀਡਰਸ਼ਿਪ ਉਹਦੇ ਉੱਤੇ ਰੋਲ ਪਲੇ ਕੀਤਾ ਕਿ ਇੱਥੇ ਸਕਾਈ ਟ੍ਰੇਨ ਦੀ ਐਕਸਟੈਂਸ਼ਨ ਹੋਣੀ ਚਾਹੀਦੀ ਹੈ ਤਾਂ ਕਿ ਸੜਕਾਂ 'ਤੇ ਟ੍ਰੈਫਿਕ ਘੱਟ ਸਕੇ, ਬ੍ਰਿਜਾਂ 'ਤੇ ਟ੍ਰੈਫਿਕ ਘੱਟ ਸਕੇ ਔਰ এনवायरमेंट ਦਾ ਫਾਇਦਾ ਹੋ ਸਕੇ। ਸਿਹਤ ਸੇਵਾਵਾਂ ਜਿਹੜੀਆਂ ਹੈਗੀਆਂ ਉਹ ਸਾਨੂੰ ਇਹ ਨਵੀਂ ਸੋਚ ਦੇ ਨਾਲ ਡਿਲੀਵਰੀ ਉਹਨਾਂ ਦੀ ਦੇਖਣੀ ਪੈਣੀ ਹੈ। ਇਹ ਨਹੀਂ ਹੈਗਾ ਸ਼ਾਮ ਨੂੰ ਜਦੋਂ ਬੱਚੇ ਦੇ ਸੱਟ ਲੱਗ ਗਈ ਗੇਮਸ ਖੇਡਦਿਆਂ ਦੇ ਜਾਂ ਘਰ ਦੇ ਵਿੱਚ ਕਦੀ ਸੱਟ ਲੱਗ ਗਈ, ਤੁਹਾਨੂੰ ਬਿਮਾਰੀ ਕੋਈ ਤੁਸੀਂ ਬਿਮਾਰ ਫੀਲ ਕਰਦੇ ਹਸਪਤਾਲ ਦੀ ਐਮਰਜੈਂਸੀ ਵਾਰਡ ਵਿੱਚ ਹੀ ਜਾਣਾ ਪੈਂਦਾ। ਕਿਉਂ ਨਹੀਂ ਅਸੀਂ ਨੇਬਰਹੁੱਡ ਦੇ ਵਿੱਚ ਇੱਕ ਅਰਜੈਂਟ ਕੇਅਰ ਸੈਂਟਰ ਬਣਾਈਏ ਜਿਹਦੇ ਵਿੱਚ ਡਾਕਟਰ ਹੋਏ, ਫਾਰਮਾਸਿਸਟ ਹੋਏ ਅਤੇ ਨਰਸ ਹੋਏ ਅਤੇ ਜੇ ਤੁਹਾਨੂੰ 2-4 ਟਾਂਕੇ ਦੀ ਲੋੜ ਆ, ਟਾਂਕੇ ਲੱਗੇ ਤੁਸੀਂ ਘਰ ਆ ਗਏ ਬਜਾ ਕੇ 10-10 ਘੰਟੇ ਵੇਟ ਕਰੋ ਔਰ ਉਹ ਬੜਾ ਮਹਿੰਗਾ ਕੰਮ ਹੈਗਾ ਹਸਪਤਾਲ ਦੇ ਵਿੱਚ ਜਾਣਾ ਔਰ ਇਹ ਸਸਤਾ ਵੀ ਹੋਏਗਾ ਅਤੇ ਤੁਹਾਡਾ ਕਨਵੀਨੀਅੰਟ ਵੀ ਹੋਏਗਾ। ਫਿਰ ਸਾਡੀ ਐਜੂਕੇਸ਼ਨ ਆ, ਅਸੀਂ ਬੜੀ ਕਲੀਅਰਲੀ ਇਹ ਗੱਲ ਕੀਤੀ ਸੀ ਕਿ ਜਿਹੜੇ ਬੱਚੇ ਇਸ ਵੇਲੇ ਅਫੋਰਡੇਬਲ 'ਚ ਪੜ੍ਹ ਰਹੇ ਆ ਅਸੀਂ ਸਕੂਲ ਬਣਾਉਣੇ ਸ਼ੁਰੂ ਕਰਨੇ ਆ ਤਾਂ ਕਿ ਉਹ ਸਾਰੇ ਬੱਚੇ ਰੀਅਲ ਕਲਾਸਰੂਮ ਦੇ ਵਿੱਚ ਆ ਸਕਣ। ਟੀਚਰਸ ਨੂੰ ਰਿਸੋਰਸਿਸ ਦੇਣੇ ਆ, ਨਾ ਕਿ ਟੀਚਰਸ ਨਾਲ ਲੜਨਾ ਜਿਸ ਤਰ੍ਹਾਂ ਕਿ ਇਹ ਸਰਕਾਰ ਕਰ ਰਹੀ ਹੈ ਪਿਛਲੇ 14 ਸਾਲ ਤੋਂ। ਰਿਸੋਰਸਿਸ ਦਿਓ, ਟੀਚਰਸ ਨੂੰ ਇਨਕਰੇਜ ਕਰੋ, ਉਹਨਾਂ ਨਾਲ ਕੰਮ ਕਰੋ ਤਾਂ ਕਿ ਉਹ ਬੱਚਿਆਂ ਦੀ ਪੜ੍ਹਾਈ ਨੂੰ ਮੋਹਰੇ ਰੱਖ ਕੇ ਬੱਚਿਆਂ ਦੀ ਜਿਹੜੀ ਹੈਗੀ ਆ ਪ੍ਰਫੁੱਲਤ ਹੈਗੀ ਆ ਉਹਨਾਂ ਦੀ ਐਜੂਕੇਸ਼ਨ ਨੂੰ ਪ੍ਰਫੁੱਲਤ ਹੋਵੇ ਤਾਂ ਕਿ ਅਸੀਂ ਸਾਡੇ ਬੱਚਿਆਂ ਦਾ ਫਿਊਚਰ ਥੋੜ੍ਹਾ ਚੰਗਾ ਬਣੇ। ਸੋ ਇਹੋ ਜਿਹਾ ਕੋਲੈਬੋਰੇਟਿਵ ਜਿਹੜਾ ਮਾਹੌਲ ਬਣਾਉਣ ਦੀ ਲੋੜ ਆ ਉੱਥੇ। ਅਤੇ ਆਪਣਾ ਕ੍ਰਾਈਮ ਵਾਸਤੇ ਸਾਡੇ ਕੋਲ ਆਲਰੇਡੀ ਸਟ੍ਰੈਟਜੀਜ਼ ਹੈਗੀਆਂ ਜਿਹੜੀਆਂ ਅਸੀਂ ਪ੍ਰਪੋਜ਼ ਕਰ ਚੁੱਕੇ ਹਾਂ, ਉਹਨਾਂ ਨੂੰ ਅਸੀਂ ਫਿਰ ਦੁਬਾਰਾ ਪ੍ਰਮੋਟ ਕਰਾਂਗੇ ਕਿ ਕ੍ਰਾਈਮ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਹੈਗਾ ਉਹਨੂੰ ਸੋਲਵ ਕਰਨਾ। ਕਿ ਜੇ ਤੁਸੀਂ ਆਪਣੇ ਘਰ ਦੇ ਵਿੱਚ ਹੀ ਸੇਫ ਨਹੀਂ ਫੀਲ ਕਰਦੇ, ਆਪਣੇ ਬੱਚਿਆਂ ਨੂੰ ਨੇਬਰਹੁੱਡ ਪਾਰਕ ਵਿੱਚ ਤੁਸੀਂ ਵਾਕ ਕਰਾਉਣ ਵਾਸਤੇ ਸੇਫ ਨਹੀਂ ਕਰਦੇ, ਤੁਹਾਡੇ ਬੱਚੇ ਸਕੂਲ 'ਚ ਸੇਫ ਨਹੀਂ ਹੈਗੇ, ਉੱਥੇ ਗੋਲੀਆਂ ਚੱਲਦੀਆਂ ਅਤੇ ਨਥਿੰਗ ਐਲਸ ਮੈਟਰਸ। ਕੁਛ ਨਹੀਂ ਫਾਇਦਾ ਹੈਗਾ ਬਾਕੀ ਵੱਡੇ ਘਰਾਂ ਦਾ ਅਤੇ ਭਾਵੇਂ ਬੈਂਕ ਦੇ ਵਿੱਚ $1 ਮਿਲੀਅਨ ਪਿਆ ਹੋਵੇ। ਸੋ ਇਹ ਬਹੁਤ ਹੀ ਜ਼ਿਆਦਾ ਜ਼ਰੂਰਤਾਂ ਜਿਹੜੀਆਂ ਲੋਕਾਂ ਦੀਆਂ ਹੈਗੀਆਂ ਇਹਨਾਂ ਨੂੰ ਪ੍ਰਮੋਟ ਕਰਨਾ ਔਰ ਮੈਂ ਕਰਦਾ ਰਹਾਂਗਾ ਜੀ। ਔਰ ਇਸ ਸਾਲ ਦੇਖਿਆ ਜਾਏ ਤਾਂ ਯੂਥ ਵੀ ਕਾਫੀ ਨਿਕਲ ਕੇ ਆਇਆ। ਕੈਂਪੇਨ ਦਿਨਾਂ ਦੀ ਜੇ ਅਸੀਂ ਗੱਲ ਕਰੀਏ ਕਾਫੀ ਜ਼ਿਆਦਾ ਯੂਥ ਵੋਲੰਟੀਅਰਸ ਅੱਗੇ ਆਏ ਨੇ ਜੀ। ਮੈਨੂੰ ਇਸ ਚੀਜ਼ ਦਾ ਮਾਣ ਆ ਕਿ ਮੇਰੀ ਕੈਂਪੇਨ ਦੇ ਵਿੱਚ ਅੱਧੇ ਤੋਂ ਜ਼ਿਆਦਾ ਸ਼ਾਇਦ ਬੱਚੇ ਸੀਗੇ ਜਿਹੜੇ ਕਾਲਜ ਸਟੂਡੈਂਟ ਸੀ ਜਾਂ ਹਾਈ ਸਕੂਲ ਦੇ ਬੱਚੇ ਸੀਗੇ ਜਿਨ੍ਹਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ, ਡੋਰ ਨੌਕਿੰਗ ਕੀਤੀ, ਮੇਰੇ ਨਾਲ ਜਾਂਦੇ ਰਹੇ ਆ। ਇੱਥੇ ਆਫਿਸ ਦੇ ਵਿੱਚ ਕੰਮ ਕਰਨ ਵਾਲੀ ਲੋੜ ਸੀ ਉਹ ਕੀਤੀ, ਟੈਲੀਫੋਨ ਅਟੈਂਡ ਕੀਤੇ, ਫੋਨ ਕੀਤੇ ਉਹਨਾਂ ਨੇ। ਇਹ ਬਈ ਚੰਗੀ ਗੱਲ ਹੈ ਕਿਉਂਕਿ ਡੈਮੋਕ੍ਰੇਸੀ ਨੂੰ ਜੇ ਅਸੀਂ ਚੰਗੀ ਤਰ੍ਹਾਂ ਉਹਨੂੰ ਅਸੀਂ ਮੰਨਣਾ ਅਤੇ ਹਰ ਇੱਕ ਸਿਟੀਜ਼ਨ ਉਹਦੇ ਵਿੱਚ ਇਨਵੋਲਵ ਹੋਵੇ ਤਾਂ ਹੀ ਫਾਇਦਾ, ਤਾਂ ਹੀ ਡੈਮੋਕ੍ਰੇਸੀ ਪ੍ਰਫੁੱਲਿਤ ਹੋ ਸਕਦੀ ਆ। ਨਹੀਂ ਤਾਂ ਉਹ ਥੋੜ੍ਹੇ ਬੰਦੇ ਹਮੇਸ਼ਾ ਡਿਸੀਜਨ ਬਣਾਉਣਗੇ ਔਰ ਹੋ ਸਕਦਾ ਉਹ ਡਿਸੀਜਨ ਸਾਰੇ ਚੰਗੇ ਨਾ ਹੋਣ। ਸੋ ਇਹ ਜਿੰਨੇ ਜ਼ਿਆਦਾ ਲੋਕ ਇਨਵੋਲਵ ਹੋਣਗੇ, ਖਾਸ ਤੌਰ ਸਾਡਾ ਯੂਥ, ਕਿਉਂਕਿ ਉਹ ਸਾਡਾ ਫਿਊਚਰ ਆ, ਉਹਨਾਂ ਨੇ ਕਹਾਂ ਸਾਡੇ ਨੈਕਸਟ ਲੀਡਰ ਬਣਨਾ। ਸੋ ਜੇ ਹੁਣ ਤੋਂ ਉਹ ਲਰਨ ਕਰਨਗੇ ਵੀ ਕਿਸ ਤਰ੍ਹਾਂ ਇਹ ਜਿਹੜੀ ਪੋਲੀਟੀਕਲ ਸਿਸਟਮ ਚੱਲਦਾ ਅਤੇ ਕਿਸ ਤਰ੍ਹਾਂ ਉਹ ਇਨਵੋਲਵ ਹੋ ਸਕਦੇ, ਕੀ ਉਹਨਾਂ ਦੀ ਦੇਣ ਦੇ ਸਕਦੇ ਆ ਉਹ, ਤਾਂ ਕਿ ਜਿਹੜਾ ਅਸੀਂ ਉਹਨਾਂ ਨੇ ਇਹ ਦੇਸ਼ ਸਾਤੋਂ ਲਿਆ ਜੀ ਉਹ ਗਾਹਾਂ ਆਉਣ ਵਾਲੇ ਬੱਚਿਆਂ ਵਾਸਤੇ, ਆਪਣੇ ਬੱਚਿਆਂ ਵਾਸਤੇ ਕਿਹੋ ਜਿਹਾ ਦੇਸ਼ ਛੱਡ ਕੇ ਜਾਣਗੇ। ਸੋ ਆਈ ਥਿੰਕ ਉਹਨਾਂ ਨੂੰ ਇਸ ਚੀਜ਼ ਦੀ ਪ੍ਰੇਰਨਾ ਮਿਲੇਗੀ। ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੋਈ ਕਿ ਇਸ ਇਲੈਕਸ਼ਨ ਵਿੱਚ ਪਹਿਲਿਆਂ ਨਾਲੋਂ ਕਾਫੀ ਯੂਥ ਜ਼ਿਆਦਾ ਇਨਵੋਲਵ ਹੋਏ। ਡੈਫੀਨੇਟਲੀ ਅਸੀਂ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਹੈਡਲਾਈਨ ਕੈਨੇਡਾ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਹੈਰੀ ਬੈਂਸ ਜੀ ਦੇ ਨਾਲ ਸਾਡੀ ਇਹ ਗੱਲਬਾਤ ਜਾਰੀ ਰਹੇਗੀ। ਬਣੇ ਰਹੋ ਸਾਡੇ ਨਾਲ।
ब्रेक तो बाद ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਗੱਲਬਾਤ ਚੱਲ ਰਹੀ ਹੈ ਸਰੀ ਨਿਊਟਨ ਰਾਈਡਿੰਗ ਤੋਂ NDP MLA ਹੈਰੀ ਬੈਂਸ ਦੇ ਨਾਲ। ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ ਸਰੀ ਨਿਊਟਨ ਰਾਈਡਿੰਗ ਜਿਹੜੀ ਹੈਗੀ ਹੈ ਉਹ ਸਿਟੀ ਦੀ ਸਭ ਤੋਂ ਸਮੋਲੈਸਟ ਰਾਈਡਿੰਗ ਹੈਗੀ ਹੈ ਬੇਸ਼ੱਕ, ਲੇਕਿਨ ਇਟ ਹੈਜ਼ ਅ ਕਲਰਫੁਲ ਹਿਸਟਰੀ। ਪਹਿਲਾਂ 1991 ਦੇ ਵਿੱਚ ਅਸੀਂ NDP ਦੇ ਕੋਲ ਸੀਗੀ, ਦੈਨ 2001 ਦੇ ਵਿੱਚ ਵਾਪਸ ਲਿਬਰਲਸ ਦੇ ਕੋਲ ਗਈ ਐਂਡ 2005 ਦੇ ਵਿੱਚ ਵਾਪਸ NDP ਦੇ ਕੋਲ ਆਈ ਔਰ ਹਾਲੇ ਤੱਕ ਇਹ ਸੀਟ NDP ਦੇ ਕੋਲ ਹੈਗੀ ਹੈ। ਜੀ ਆਈ ਥਿੰਕ ਸਰੀ ਨਿਊਟਨ ਜੇ ਦੇਖਿਆ ਜਾਵੇ ਤਾਂ ਸਭ ਤੋਂ ਜ਼ਿਆਦਾ ਸ਼ਾਇਦ ਇਹ ਮਲਟੀਕਲਚਰਲ ਕਮਿਊਨਿਟੀ ਹੈਗੀ ਆ ਜੀ। ਸਾਈਜ਼ ਦੇ ਵਿੱਚ ਜੀਓਗ੍ਰਾਫਿਕਲੀ ਯੈਸ ਇਹ ਛੋਟੀ ਆ, ਪਰ ਪਾਪੂਲੇਸ਼ਨ ਇਹਦੇ ਵਿੱਚ ਕਾਫੀ ਹੈਗੀ ਆ। ਸਾਡੇ ਇੱਥੇ ਤਕਰੀਬਨ 60,000 ਦੇ ਲਾਗੇ ਪਾਪੂਲੇਸ਼ਨ ਹੈਗੀ ਆ ਔਰ ਹਰ ਇੱਕ ਕਿਸਮ ਦੇ ਲੋਕ ਇੱਥੇ ਵਸਦੇ ਹੈਗੇ ਆ। ਵਰਕਿੰਗ ਕਲਾਸ ਜ਼ਿਆਦਾ ਹੈਗੇ ਆ ਜੀ, ਇੱਥੇ ਬਿਜ਼ਨਸਿਸ ਵੀ ਬਹੁਤ ਹੈਗੇ ਆ ਔਰ ਸਾਊਥ ਏਸ਼ੀਅਨ ਭਾਈਚਾਰੇ ਦੀ ਗਿਣਤੀ ਕਾਫੀ ਜ਼ਿਆਦਾ ਹੈਗੀ ਇੱਥੇ। ਸੋ ਇਸ ਕਰਕੇ ਮੈਨੂੰ ਇਸ ਚੀਜ਼ ਦਾ ਮਾਣ ਆ ਕਿ ਇਹ ਕਮਿਊਨਿਟੀ ਇੰਨੀ ਵਾਈਬਰੈਂਟ ਹੈਗੀ ਆ ਕਿ ਇਹਦੇ ਵਿੱਚ ਤੁਸੀਂ ਜਾ ਕੇ ਦੇਖੋ ਹਰ ਸ਼ਾਮ ਨੂੰ ਮੇਰੇ ਖਿਆਲ 10-11 ਸਾਡੇ ਕੋਲ ਬੈਂਕੁਏਟ ਹਾਲ ਹੈਗੇ ਆ ਜਿਹਦੇ ਵਿੱਚ ਲੋਕੀ ਸਾਡੇ ਜਿਹੜੇ ਪਾਪੂਲੇਸ਼ਨ ਦੇ ਜਿਹੜੇ ਸਾਡੀ ਸਾਊਥ ਏਸ਼ੀਅਨ ਭਾਈਚਾਰੇ ਦੇ ਲੋਕ ਹੈਗੇ ਆ ਉਹ ਇੰਨੇ ਇਨਵੋਲਵ ਜ਼ਿਆਦਾ ਹੈਗੇ ਆ ਕਮਿਊਨਿਟੀ ਦੇ ਕੰਮਾਂ ਦੇ ਵਿੱਚ। ਹਰ ਇੱਕ ਉਸ ਹਾਲ ਦੇ ਵਿੱਚ ਕੋਈ ਨਾ ਕੋਈ ਫੰਡ ਰੇਜ਼ਿੰਗ ਹੋ ਰਿਹਾ ਫॉर ਗੁੱਡ ਕਾਜ਼। ਸੋ ਇਸ ਕਰਕੇ ਬਹੁਤ ਹੀ ਜ਼ਿਆਦਾ ਇਨਵੋਲਵ ਹੈਗੇ ਆ, ਪੋਲੀਟਿਕਸ ਵਿੱਚ ਬੜੇ ਇਨਵੋਲਵ ਹੈਗੇ ਆ, ਬਿਜ਼ਨਸ ਵਿੱਚ ਇਨਵੋਲਵ ਹੈਗੇ ਆ ਤੇ ਸਰਟਨਲੀ ਆਪਣੇ ਪੋਲੀਟਿਕਸ ਵਿੱਚ ਵੀ ਬਹੁਤ ਜ਼ਿਆਦਾ ਇਨਵੋਲਵ ਹੈਗੇ ਆ ਜੀ। ਹੈਰੀ ਜੀ, ਇਸ ਸਾਲ ਦੇਖੇ ਜਾਏ ਤੇ BC ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਸੀਗਾ ਜਦੋਂ ਸਭ ਤੋਂ ਜ਼ਿਆਦਾ ਇੱਕ ਮੇਜਰ ਪਾਰਟੀ ਦੇ ਵਿੱਚ ਫੀਮੇਲ ਕੈਂਡੀਡੇਟਸ ਹੈਗੀਆਂ ਸੀਗੀਆਂ, ਉਹਨਾਂ ਨੂੰ ਟਿਕਟ ਦਿੱਤੀ ਗਈ ਸੀ, ਉਹ ਇਲੈਕਸ਼ਨ ਉਹਨਾਂ ਨੇ ਫਾਈਟ ਕੀਤੀਆਂ ਔਰ ਕਾਫੀ ਜ਼ਿਆਦਾ NDP ਦੀ ਗੱਲ ਕਰੀਏ ਫੀਮੇਲ ਕੈਂਡੀਡੇਟਸ ਜਿੱਤ ਕੇ ਵੀ ਆਈ ਹੈ ਐਜ਼ ਕੰਪੇਅਰ ਟੂ ਲਿਬਰਲਸ ਐਂਡ ਗ੍ਰੀਨ ਪਾਰਟੀ। NDP ਦੇ ਕੋਲ 44 ਫੀਮੇਲ ਕੈਂਡੀਡੇਟਸ ਸੀ ਐਂਡ 43 ਮੇਲ ਕੈਂਡੀਡੇਟ ਸੀਗੇ। ਜਿਹੜਾ ਸਾਡਾ NDP ਦੀ ਹਿਸਟਰੀ ਆ, ਇਤਿਹਾਸ ਆ, ਸਾਡਾ ਜਿਹੜਾ ਖਾਸ ਜਿਹੜਾ ਵੈਲਿਊ ਸਿਸਟਮ ਹੈਗਾ ਉਹ ਇਹੀ ਹੈਗਾ ਕਿ ਅਸੀਂ ਡਾਈਵਰਸਿਟੀ ਨੂੰ ਬਹੁਤ ਪ੍ਰਮੋਟ ਕਰਦੇ ਹਾਂ। ਉਸ ਵੇਲੇ ਵੀ ਜਦੋਂ ਇਹ ਬਹੁਤ ਪਾਪੂਲਰ ਗੱਲ ਨਹੀਂ ਸੀਗੀ ਔਰ ਇਹ ਇਲੈਕਸ਼ਨਾਂ ਹਾਰਦੇ ਰਹੇ ਆ ਇਸ ਪੋਜੀਸ਼ਨ ਲੈਣ ਕਰਕੇ, ਪਰ ਉਹ ਇਸ ਚੀਜ਼ 'ਤੇ ਡਟੇ ਰਹੇ ਕਿ ਇਲੈਕਸ਼ਨ ਜਿੱਤਣ ਹਾਰ ਨਾਲ ਸਾਨੂੰ ਨਹੀਂ ਹੈਗਾ, ਅਸੀਂ ਤਾਂ ਸੁਸਾਇਟੀ ਨੂੰ ਚੰਗਾ ਬਣਾਉਣਾ ਔਰ ਅਸੀਂ ਬਹੁਤ ਇਨਕਲੂਸਿਵ ਸੁਸਾਇਟੀ ਬਣਾਉਣੀ ਹੈਗੀ ਆ। ਸਾਊਥ ਏਸ਼ੀਅਨ ਭਾਈਚਾਰੇ ਦੇ ਨਾਲ ਇਹਨਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਨੂੰ ਵੋਟਾਂ ਦਾ ਹੱਕ ਦਿਵਾਉਣ ਵਾਸਤੇ, ਸਾਨੂੰ ਬਰਾਬਰਤਾ ਦਾ ਹੱਕ ਦੇਣ ਵਾਸਤੇ ਇਹਨਾਂ ਨੇ ਬੜੀਆਂ ਜਦੋਜਹਿਦ ਕੀਤੀਆਂ ਸਾਡੇ ਨਾਲ ਰਲ ਕੇ। ਇਸੇ ਤਰ੍ਹਾਂ ਹੁਣ ਹੈ ਕਿਉਂਕਿ ਔਰਤਾਂ ਵਾਸਤੇ ਹਾਲੇ ਵੀ ਭਾਵੇਂ ਇਹ ਸਾਡੀ ਮਾਡਰਨ ਸੁਸਾਇਟੀ ਹੈਗੀ ਆ, ਔਰਤਾਂ ਵਾਸਤੇ ਪਾਰਟਿਸਿਪੇਟ ਕਰਨਾ ਪਬਲਿਕ ਆਫਿਸ ਵਿੱਚ ਬਹੁਤ ਹੀ ਮੁਸ਼ਕਿਲ ਹਾਲੇ ਵੀ ਆ, ਖਾਸ ਤੌਰ 'ਤੇ ਸਾਊਥ ਏਸ਼ੀਅਨ ਵੂਮਨਸ ਵਾਸਤੇ ਬੜੀਆਂ ਮੁਸ਼ਕਿਲਾਂ ਉਹਨਾਂ ਦੇ ਕੋਲ ਆਉਂਦੀਆਂ। ਸੋ ਇਸ ਕਰਕੇ ਪਾਰਟੀ ਨੇ ਇਹ ਅਸੂਲ ਬਣਾਇਆ ਕਿ ਅਸੀਂ ਵੱਧ ਤੋਂ ਵੱਧ ਈਵਨ ਸਾਡੇ ਸਟਰਕਚਰ ਦੇ ਵਿੱਚ ਹੈਗਾ ਕਿ ਸਾਡੇ ਜਿੱਥੇ MLA ਸਿਟਿੰਗ MLAs ਨਹੀਂ ਰਨ ਕਰਦੇ ਉੱਥੇ ਫੀਮੇਲ ਹੀ ਰਨ ਕਰੇਗੀ ਤਾਂ ਕਿ ਜਿਹੜੀ ਵਿਨਿੰਗ ਰਾਈਡਿੰਗ ਹੈਗੀ ਉਹਦੇ ਵਿੱਚ ਫੀਮੇਲ ਜਿੱਤ ਸਕੇ। ਅਸੀਂ ਟਰੂ ਮੀਨਿੰਗਸ ਦੇ ਵਿੱਚ ਵਿਮਨ ਨੂੰ ਪ੍ਰਮੋਟ ਕਰਨਾ ਚਾਹੁੰਦੇ ਹਾਂ। ਸੋ ਐਤਕੀ ਯੈਸ 51% ਸਾਡੀਆਂ ਭੈਣਾਂ ਕਿ ਮੈਂ ਕਹਿ ਸਕਦਾ ਔਰਤਾਂ ਜਿਹੜੀਆਂ ਰਨ ਕੀਤੀਆਂ ਔਰ ਕਾਫੀ ਜਿੱਤੀਆਂ ਵੀ ਹੈਗੀਆਂ। ਮੈਨੂੰ ਬੜੀ ਖੁਸ਼ੀ ਦੀ ਗੱਲ ਹੈਗੀ ਆ ਰਚਨਾ ਸਿੰਘ ਸਾਡੀ ਨਵੀਂ ਸਾਊਥ ਏਸ਼ੀਅਨ ਮੂਲ ਦੀ ਮੇਰੇ ਨੇਬਰਿੰਗ ਰਾਈਡਿੰਗ ਦੇ ਵਿੱਚੋਂ ਜਿੱਤੇ ਹੈਗੇ ਆ। ਸੋ ਇਸ ਤਰ੍ਹਾਂ ਕਾਫੀ ਪਾਰਟੀ ਪ੍ਰਮੋਟ ਕਰ ਰਹੀ ਆ ਇਨਕਲੂਸਿਵਿਟੀ ਨੂੰ ਕਿਉਂਕਿ ਅਸੀਂ ਸੋਚਦੇ ਹਾਂ ਕਿ ਕਹਿੰਦੇ ਵੀ ਜਿਹੜਾ ਆਪਾਂ ਕਹਿੰਦੇ ਹਾਂ ਨਾ ਕਿ ਅਸੀਂ ਯੂਨਿਟੀ ਦੇਖਦੇ ਹਾਂ ਡਾਈਵਰਸਿਟੀ ਦੇ ਵਿੱਚ ਔਰ ਇਹ ਬੜੀ ਸਟਰੈਂਥ ਹੈ ਸਾਡੀ ਪਾਰਟੀ ਦੀ। ਜੀ ਹੈਰੀ ਜੀ, ਜਿਸ ਤਰ੍ਹਾਂ ਅਸੀਂ ਤੁਹਾਡੀ ਰਾਈਡਿੰਗ ਦੇ ਵਿੱਚ ਕ੍ਰਾਈਮ ਦੀ ਔਰ ਸਕੂਲਸ ਦੀ ਗੱਲ ਕਰ ਚੁੱਕੇ ਹਾਂ, ਹੋਰ ਵੀ ਕੁਝ ਇਸ਼ੂਜ਼ ਹੈਗੇ ਸੀਗੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੋ ਹਾਲੇ ਵੀ ਚੱਲ ਰਹੇ ਨੇ। ਓਵਰਡੋਜ਼ ਦੀ ਗੱਲ ਕਰੀਏ, ਅਸੀਂ ਟ੍ਰਾਂਜ਼ਿਟ ਦੀ ਗੱਲ ਕਰੀਏ, ਹਾਊਸਿੰਗ ਦੀ ਗੱਲ ਕਰੀਏ, ਉਹਨਾਂ ਇਸ਼ੂਜ਼ ਨੂੰ ਤੁਸੀਂ ਕਿਸ ਤਰ੍ਹਾਂ ਐਡਰੈਸ ਕਰੋਗੇ? ਜੀ ਸਾਡੇ ਕੋਲ ਬੜੇ ਪਲਾਨਸ ਹੈਗੇ ਆ, ਅਸੀਂ ਪ੍ਰਮੋਟ ਕਰ ਚੁੱਕਾ, ਮੈਂ ਨਾਲ ਦੇ ਕੋਲੀਗਸ ਨਾਲ ਰਲ ਕੇ ਅਸੀਂ ਸਰੀ ਅਕੋਰਡ ਨਾਂ ਦਾ ਇੱਕ ਪਲਾਨ ਬਣਾ ਕੇ ਦਿੱਤਾ ਸੀਗਾ 5 ਪੁਆਇੰਟ ਉਹ ਪਲਾਨ ਹੈਗੀ ਆ ਜਿਹਦੇ ਨਾਲ ਕ੍ਰਾਈਮ ਹੱਲ ਹੋ ਸਕਦਾ ਔਰ ਸਾਰੇ ਐਕਸਪਰਟ ਮੰਨੇ ਸਾਡੇ ਨਾਲ ਕਿ ਹਾਂ ਇਹਨਾਂ ਕ੍ਰਾਈਮ ਹੱਲ ਹੋ ਸਕਦਾ। ਗੈਂਗ ਤੇ ਡਰੱਗ ਵਾਇਲੈਂਸ ਜਿਹੜੀ ਹੈਗੀ ਆ ਉਹਦੇ ਵਾਸਤੇ ਸਪੈਸ਼ਲ ਸਾਨੂੰ ਪਲਾਨ ਬਣਾਉਣ ਦੀ ਲੋੜ ਹੈਗੀ ਆ, ਪਰ ਅਸੀਂ ਪ੍ਰੀਵੈਂਸ਼ਨ ਦੇ ਉੱਤੇ ਜ਼ੋਰ ਦੇ ਰਹੇ ਹਾਂ ਜੀ। ਅਸੀਂ ਪਲਾਨ ਬਣਾਈ ਆ ਕਿ ਜਿਹੜੇ ਤੇ ਰੈਪ ਅਰਾਊਂਡ ਪ੍ਰੋਗਰਾਮ ਹੈਗਾ ਜਿਹੜੇ ਸਾਡੇ ਸਰੀ ਹਾਈ ਸਕੂਲਾਂ ਦੇ ਵਿੱਚ ਬੜਾ ਹੀ ਕਾਮਯਾਬ ਪ੍ਰੋਗਰਾਮ ਆ। ਜਦੋਂ ਬੱਚੇ ਸਾਡੇ ਐਟ ਰਿਸਕ ਥੋੜ੍ਹੇ ਜਿਹੇ ਗਲਤ ਪਾਸੇ ਜਾਂਦੇ ਆ ਅਤੇ ਉਹ ਜਿਹੜੇ ਰੈਪ ਅਰਾਊਂਡ ਦੇ ਹੈਗੇ ਆ ਵੋਲੰਟੀਅਰਸ ਕੰਮ ਕਰਨ ਵਾਲੇ ਉਹ ਉਸ ਬੱਚੇ ਦੇ ਧਿਆਨ ਰੱਖਦੇ ਆ, ਉਹਨੂੰ ਵਾਪਸ ਮੁੜ ਕੇ ਸਿੱਧੇ ਰਸਤੇ ਪਾਉਣ ਵਿੱਚ ਉਹਨੂੰ ਮੈਂਟਰਸ਼ਿਪ ਦੇ ਕੇ ਉਹਨੂੰ ਸਹੀ ਕਰਦੇ ਆ ਔਰ ਕਾਫੀ ਬੱਚੇ ਇਹਦੇ ਨਾਲ ਸੁਧਾਰੇ ਗਏ ਆ। ਔਰ ਗੌਰਮੈਂਟ
ਜਿੱਦਾਂ ਮੈਂ ਕਿਹਾ ਕਿ ਫੋਟੋ ਆਪ ਵਾਸਤੇ ਤਾਂ ਹਮੇਸ਼ਾ ਆ ਜਾਂਦੇ ਸੀ, ਪਰ ਰੀਅਲ ਫੰਡਿੰਗ ਨਹੀਂ ਉਸ ਨੂੰ ਮਿਲ ਰਹੀ ਸੀ ਪ੍ਰੋਪਰਲੀ। ਸੋ ਮੈਂ ਤੇ ਸਾਡੇ ਲੀਡਰ ਜੌਨ ਹੋਰਗਨ ਤੇ ਮੇਰੇ ਨਾਲ ਦੇ ਕੋਲੀਗ ਨੇ ਅਸੀਂ ਅਨਾਊਂਸ ਕੀਤਾ ਕਿ $5 ਲੱਖ ਅਸੀਂ ਹਰੇਕ ਸਾਲ ਉਸ ਪ੍ਰੋਗਰਾਮ ਨੂੰ ਦੇਵਾਂਗੇ। $7 ਲੱਖ ਫੈਡਰਲ ਗੌਰਮੈਂਟ ਦੇ ਰਹੀ ਆ, ਕਿਉਂਕਿ ਇਸ ਵੇਲੇ 30 ਤੋਂ 40 ਬੱਚੇ ਉਹਦੇ ਵਿੱਚ ਵੇਟਿੰਗ ਲਿਸਟ ਵਿੱਚ ਆ। ਇੰਨਾ ਪਾਪੂਲਰ ਪ੍ਰੋਗਰਾਮ ਹੈਗਾ ਉਹ। ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੂੰ ਅੱਜ ਲੋੜ ਹੈਗੀ ਆ, ਜਦੋਂ ਗਲਤ ਪਾਸੇ ਜਾ ਰਿਹਾ ਹੋਵੇ ਉਹਨੂੰ ਕਹੋ ਤੂੰ ਵੇਟਿੰਗ ਲਾਈਨ ਦੇ ਵਿੱਚ ਲੱਗ ਜਾ, ਅਤੇ ਫਿਰ ਜਦੋਂ ਤੇਰੀ ਵਾਰੀ ਆਏਗੀ ਉਦੋਂ ਤੇਰੀ ਮਦਦ ਕਰਾਂਗੇ। ਉਹ ਤਾਂ ਬੱਚਾ ਗਿਆ ਸਾਡੇ ਹੱਥ 'ਚੋਂ। ਸੋ ਇਸ ਕਰਕੇ ਅਸੀਂ ਸੀਰੀਅਸ ਹਾਂ ਇਸ ਗੱਲ ਉੱਤੇ। ਅਸੀਂ ਉਹ ਜਿਹੜੀ ਹੈਗੀ ਆ ਪਲਾਨਾਂ ਹੈਗੀਆਂ, ਉਹ ਜਿਹੜਾ ਸਾਡਾ ਵਾਅਦਾ ਹੈਗਾ, ਅਤੇ ਜਾਂ ਕਿਉਂਕਿ ਇੱਕ ਰਾਈਟ ਥਿੰਗ ਟੂ ਡੂ ਹੈਗੀ ਆ, ਇਹ ਕੋਈ ਪੋਲੀਟੀਕਲ ਗੱਲ ਨਹੀਂ ਹੈਗੀ, ਕਿਉਂਕਿ ਬਹੁਤ ਸਾਡੇ ਯੰਗ ਬੱਚੇ ਮਰ ਚੁੱਕੇ ਆ, 100 ਤੋਂ ਉੱਪਰ ਬੱਚੇ ਮਰ ਚੁੱਕੇ ਆ। ਸੋ ਇਸ ਕਰਕੇ ਇਹਨੂੰ ਅਸੀਂ ਠੱਲ ਪਾਉਣ ਦੀ ਲੋੜ ਹੈਗੀ ਆ ਜੀ। ਔਰ ਕੀ ਲੱਗਦਾ ਹੈ ਤੁਹਾਨੂੰ ਕਿੰਨੇ ਜ਼ਰੂਰੀ ਸੀਗੇ ਇਹ ਇਲੈਕਸ਼ਨਸ BC ਰੈਜ਼ੀਡੈਂਟਸ ਦੇ ਲਈ? ਬਹੁਤ ਜ਼ਿਆਦਾ, ਕਿਉਂਕਿ 16 ਸਾਲ ਲੋਕਾਂ ਨੇ ਬੜੀ ਤੰਗੀ ਹੰਢਾਈ ਇਸ ਸਰਕਾਰ ਦੇ ਵਿੱਚ। ਇਸ ਸਰਕਾਰ ਦੇ ਰੂਲ ਵਿੱਚ ਪਹਿਲੇ ਦਿਨ ਤੋਂ ਇੱਦਾਂ ਸ਼ਿਫਟ ਹੁੰਦੀ ਆ ਰਹੀ ਆ। ਟੈਕਸ ਬਰਡਨ ਜਿਹੜਾ ਆ ਹਾਰਡ ਵਰਕਿੰਗ ਮਿਡਲ ਕਲਾਸ ਦੇ ਉੱਤੇ ਸ਼ਿਫਟ ਹੋ ਗਿਆ, ਅਤੇ ਜਿਹੜੇ ਅਮੀਰ ਸੀਗੇ ਉਹਨਾਂ ਨੂੰ ਟੈਕਸ ਬ੍ਰੇਕ ਮਿਲਦਾ ਰਿਹਾ ਉਸੇ ਟਾਈਮ 'ਤੇ। ਸਾਡੇ ਜਿਹੜੇ ਪਬਲਿਕ ਇੰਸਟੀਟਿਊਸ਼ਨਸ ਹੈਗੇ ਜਿੱਦਾਂ BC ਹਾਈਡਰੋ, ICBC ਵਗੈਰਾ, ਉਹ ਤਕਰੀਬਨ ਬੈਂਕਰਪਸੀ ਦੇ ਰਾਹ 'ਤੇ ਤੋੜ ਦਿੱਤੇ ਇਹਨਾਂ ਨੇ, ਕਿਉਂਕਿ ਮਿਸਮੈਨੇਜ ਇਸ ਹਿਸਾਬ ਨਾਲ ਕੀਤਾ, ਵਿੱਚੋਂ ਪੈਸੇ ਕੱਢ ਕੇ ਆਪਣਾ ਫੋਨੀ ਬੈਲੈਂਸ ਬਜਟ ਕਰਨ ਦੀਆਂ ਗੱਲਾਂ ਕਰਦੇ ਰਹੇ। ਸਾਡੀਆਂ ਪ੍ਰਾਪਰਟੀਜ਼ ਵੇਚ ਕੇ, ਗੌਰਮੈਂਟ ਦੀ ਪ੍ਰਾਪਰਟੀਜ਼ ਵੇਚ ਕੇ, ਉਹ ਵੀ ਜਿਨ੍ਹਾਂ ਦੀ ਅਸੈਸ ਵੈਲਿਊ ਫਾਰ ਐਗਜ਼ਾਮਪਲ ਇੱਕ ਪਾਰਸਲ ਦੀ $125 ਮਿਲੀਅਨ ਸੀ, ਆਪਣੇ ਇਹਨਾਂ ਦੇ ਇੱਕ ਵਨ ਆਫ ਦਾ ਹਾਈਐਸਟ ਡੋਨਰ ਨੂੰ $82 ਮਿਲੀਅਨ ਦੀ ਵੇਚ ਦਿੱਤੀ। ਸਾਡੀ BC NDP ਨੇ 1990 ਦੇ ਵਿੱਚ ਤੇ ਨਵਾਂ ਹਸਪਤਾਲ ਬਣਾਉਣ ਵਾਸਤੇ ਦੂਰ ਅੰਦੇਸ਼ੀ ਦੀ ਗੱਲ ਕੀਤੀ ਸੀ, ਕਿਉਂਕਿ ਇੱਥੇ ਪਾਪੂਲੇਸ਼ਨ ਵਧੀ ਹੈ, ਜ਼ਮੀਨ ਹੁਣ ਲੈ ਲਓ, ਬੜੇ ਸਸਤੇ ਭਾਅ ਲਈ ਸੀ। ਇਹਨਾਂ ਨੇ ਉਹ ਵੀ ਜ਼ਮੀਨ ਆਪਣੇ ਉਹ ਜਿਹੜਾ ਬਿਗੇਸਟ ਡੋਨਰ ਸੀਗਾ ਉਹਨੂੰ ਵੇਚ ਦਿੱਤੀ ਕੌਡੀਆਂ ਦੇ ਭਾਅ। ਸੋ ਮੇਰੇ ਕਹਿਣ ਦਾ ਮਤਲਬ ਹੈ ਸਾਰਾ ਕੁਝ ਮਿਸਮੈਨੇਜਮੈਂਟ ਹੋ ਰਿਹਾ, ਲੋਕਾਂ ਦੇ ਟੈਕਸ ਦੇ ਨਾਲ ਇਹ ਖਿਲਵਾੜ ਕਰ ਰਹੇ ਆ, ਔਰ ਇਕੋਨਮੀ ਨੂੰ ਸਾਰਾ ਮਿਸਮੈਨੇਜ ਕਰ ਰਹੇ ਆ। ਲੋਕਾਂ ਦੇ ਵਿੱਚ ਝੂਠ ਤੂਫਾਨ ਬੋਲ ਕੇ ਇਲੈਕਸ਼ਨਾਂ ਜਿੱਤਣ ਦੀਆਂ ਗੱਲਾਂ ਹੋ ਰਹੀਆਂ। ਸੋ ਇਸ ਕਰਕੇ ਇਸ ਬਹੁਤ ਜ਼ਿਆਦਾ ਜ਼ਰੂਰਤ ਸੀ ਇਹ ਚੇਂਜ ਲਿਆਉਣ ਦੀ, ਤਾਂ ਕਿ ਸਰਕਾਰ ਨੂੰ ਮੈਸੇਜ ਮਿਲ ਸਕੇ ਕਿ ਤੁਹਾਡੀਆਂ ਜਿਹੜੀਆਂ ਨੀਤੀਆਂ ਉਹ ਆਮ ਲੋਕਾਂ ਵਾਸਤੇ ਸਹੀ ਨਹੀਂ ਹੈਗੀਆਂ, ਤੁਸੀਂ ਸਾਡੇ ਜਿਹੜੇ ਟੈਕਸ ਡਾਲਰ ਨੂੰ ਸਹੀ ਨਹੀਂ ਵਰਤ ਰਹੇ। ਤਕਰੀਬਨ ਇੱਕ ਕਿਸਮ ਦੀ ਲੀਗਲਾਈਜ਼ ਕਰਪਸ਼ਨ ਪੈਦਾ ਹੋ ਚੁੱਕੀ ਸੀ ਇਸ ਸਰਕਾਰ ਦੇ ਵਿੱਚ। ਸੋ ਹੋਪਫੁਲੀ ਕਿ ਆ ਬੜਾ ਸਟਰੋਂਗ ਮੈਸੇਜ ਮਿਲਿਆ ਇਹਨਾਂ ਨੂੰ, ਤੇ ਆਪਾਂ ਚੇਂਜ ਲਿਆ ਸਕੀਏ ਜੀ। ਅਗਰ ਦੇਖਿਆ ਜਾਏ ਕੋਈ ਵੀ ਜਿੱਤ ਹੁੰਦੀ ਹੈ ਉਸ ਦਾ ਸਾਰਾ ਸ਼੍ਰੇਅ ਜੋ ਹੈ ਕਮਿਊਨਿਟੀ ਨੂੰ, ਪੂਰੀ ਟੀਮ ਨੂੰ ਜਾਂਦਾ ਹੈ। ਸਾਡੇ ਦਰਸ਼ਕਾਂ ਨੂੰ ਤੁਸੀਂ ਕੋਈ ਮੈਸੇਜ ਦੇਣਾ ਚਾਹੋਗੇ? ਮੈਂ ਸਿਰਫ ਇਹ ਕਹਿਣਾ ਚਾਹਾਂਗਾ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਬ੍ਰਿਟਿਸ਼ ਕੋਲੰਬੀਅਨ, ਕਿਉਂਕਿ ਜੇ ਤੁਸੀਂ ਨਹੀਂ ਇਨਵੋਲਵ ਹੁੰਦੇ ਤਾਂ ਕੋਈ ਚੇਂਜ ਨਹੀਂ ਆਉਂਦੀ ਹੈਗੀ। ਸੋ ਤੁਸੀਂ ਇਨਵੋਲਵ ਹੋਏ ਹੋ, ਤੁਸੀਂ ਚੇਂਜ ਵਾਸਤੇ ਵੋਟ ਪਾਈ ਆ, ਇਸ ਵਾਸਤੇ ਤੁਹਾਡਾ ਧੰਨਵਾਦ। ਸਾਊਥ ਏਸ਼ੀਅਨ ਕਮਿਊਨਿਟੀ ਨੂੰ ਖਾਸ ਤੌਰ 'ਤੇ, ਕਿਉਂਕਿ ਸਾਡੇ ਬਜ਼ੁਰਗਾਂ ਨੇ 40 ਸਾਲ ਕੁਰਬਾਨੀਆਂ ਦੇ ਕੇ ਸਾਨੂੰ ਵੋਟ ਪਾਉਣ ਦਾ ਹੱਕ ਦਵਾਇਆ। ਮੈਂ ਹਮੇਸ਼ਾ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਕਹਿੰਦਾ ਕਿ ਤੁਹਾਨੂੰ ਜ਼ਰੂਰ ਇਨਵੋਲਵ ਹੋਣਾ ਚਾਹੀਦਾ। ਤੁਹਾਨੂੰ ਵੋਟ ਉਹਨਾਂ ਨੇ ਵੋਟ ਪਾਉਣ ਦਾ ਹੱਕ ਦਵਾਇਆ, ਉਹਨਾਂ ਨੂੰ ਯਾਦ ਕਰਕੇ ਵੋਟ ਜ਼ਰੂਰ ਪਾਇਆ ਕਰੋ, ਇਨਵੋਲਵ ਹੋਵੋ, ਓਨੈਸਟੀ ਦੇ ਨਾਲ ਆਪਣਾ ਕੰਮ ਕਰੋ। ਜਿਸ ਤਰ੍ਹਾਂ ਕਿ ਗੁਰੂ ਸਾਹਿਬ ਨੇ ਆਪਾਂ ਨੂੰ ਦੱਸਿਆ, ਮਿਹਨਤ ਦੀ ਕਮਾਈ ਕਰਕੇ, ਨਾ ਕਿ ਹੇਰਾਫੇਰੀ ਦੇ ਵਿੱਚ ਪੈਣ ਦੀ ਗੱਲ ਕੀਤੀ ਜਾਵੇ। ਵਰਕਰ ਦਾ ਹੱਕ ਨਾ ਮਾਰੋ, ਤਾਂ ਕਿ ਵਰਕਰ ਜਿਹੜਾ ਹੈਗਾ ਉਹਦੀ ਮਿਹਨਤ ਆ, ਉਹ ਗੁਰੂ ਸਾਹਿਬ ਨੇ ਵੀ ਕਿਹਾ ਵੀ ਕਿਰਤ ਕਰਨੀ, ਜੇ ਤੁਸੀਂ ਕਿਰਤ ਕਰਦੇ ਹੋ ਤਾਂ ਕਿਰਤੀ ਦੀ ਕੀਮਤ ਵੀ ਉਹਦੀ ਪੈਣੀ ਚਾਹੀਦੀ ਹੈ। ਸੋ ਇਸ ਕਰਕੇ ਬਹੁਤ ਹੀ ਮੈਂ ਧੰਨਵਾਦੀ ਹੈਗਾ ਕਿ ਤੁਸੀਂ ਮੈਨੂੰ ਇੱਕ ਵਾਰ ਫੇਰ ਸਪੋਰਟ ਦਿੱਤੀ, ਮੇਰੇ 'ਤੇ ਤੁਸੀਂ ਆਪਣਾ ਟਰਸਟ ਤੇ ਕੌਨਫੀਡੈਂਸ ਮੁੜ ਕੇ ਦੁਬਾਰਾ ਮੈਨੂੰ ਦਿੱਤਾ। ਮੈਂ ਆਸ ਕਰਾਂਗਾ ਕਿ ਕੋਸ਼ਿਸ਼ ਕਰਾਂਗਾ ਮੈਂ ਤੁਹਾਨੂੰ ਡਿਸਪੁਆਇੰਟ ਨਹੀਂ ਕਰਾਂਗਾ ਜੀ। ਥੈਂਕ ਯੂ ਸੋ ਮਚ ਫॉर ਜੁਆਇਨਿੰਗ ਅਸ। ਇਟ ਵਾਸ ਰੀਅਲੀ ਪਲੇਜ਼ਰ ਟਾਕਿੰਗ ਟੂ ਯੂ ਐਂਡ ਵੀ ਵਿਸ਼ ਯੂ ਆਲ ਦ ਬੈਸਟ। ਧੰਨਵਾਦ ਜੀ ਤੁਹਾਡਾ। ਥੈਂਕ ਯੂ। ਹੈਡਲਾਈਨ ਕੈਨੇਡਾ ਵਿੱਚ ਇਹ ਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼, ਜਿਸ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਈ ਸਰੀ ਨਿਊਟਨ ਰਾਈਡਿੰਗ ਤੋਂ NDP MLA ਹੈਰੀ ਬੈਂਸ ਨਾਲ, ਅਤੇ ਡਿਸਕਸ ਕੀਤੇ ਬ੍ਰਿਟਿਸ਼ ਕੋਲੰਬੀਆ ਦੇ ਕੁਝ ਅਹਿਮ ਮੁੱਦੇ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਖਾਸ ਪੇਸ਼ਕਸ਼ ਪਸੰਦ ਆਈ ਹੋਵੇਗੀ। ਅਗਲੇ ਹਫ਼ਤੇ ਮੁੜ ਤੋਂ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।